ਆਪ ਸਭ ਜੀ ਨੂੰ ਸਤਿ ਸ਼੍ਰੀ ਅਕਾਲ। ਜਮਾਤ 10ਵੀਂ ਵਿਸ਼ਾ ਪੰਜਾਬੀ ਦੀ ਪੁਸਤਕ ਹੈ ਸਾਹਿਤਕ ਰੰਗ ਭਾਗ ਦੂਜਾ ਦੇ ਵਿੱਚ ਕਹਾਣੀ ਭਾਗ ਅਸੀਂ ਕਰ ਰਹੇ ਹਾਂ। ਕਹਾਣੀ ਭਾਗ ਵਿੱਚ ਇੱਕ ਕਹਾਣੀ ਹੈ ਈਅਰਫੋਨ। ਈਅਰਫੋਨ ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੋਵੇਗਾ, ਈਅਰ ਯਾਨੀ ਕਿ ਕੰਨ, ਕਿ ਫ਼ੋਨ ਦੇ ਵਿੱਚ ਇੱਕ ਲੀਡ ਲਾ ਕੇ ਅਸੀਂ ਆਪਣੇ ਕੰਨਾਂ ਵਿੱਚ ਈਅਰਫੋਨ ਲਾਉਂਦੇ ਹਾਂ, ਜਿਸ ਰਾਹੀਂ ਸਾਡੇ ਕੋਲ ਬੈਠਾ ਕੋਈ ਵੀ ਬੰਦਾ ਪਰੇਸ਼ਾਨ ਨਹੀਂ ਹੁੰਦਾ। ਉਸਨੂੰ ਆਵਾਜ਼ ਨਹੀਂ ਸੁਣਦੀ ਕਿ ਅਸੀਂ ਫ਼ੋਨ 'ਚੋਂ ਕੀ ਸੁਣ ਰਹੇ ਹਾਂ, ਕੀ ਵੀਡੀਓ ਦੇਖ ਰਹੇ ਹਾਂ ਜਾਂ ਅਸੀਂ ਗਾਣੇ ਸੁਣ ਰਹੇ ਹਾਂ। ਉਹ ਲੀਡ ਡਾਇਰੈਕਟ ਸਾਡੇ ਕੰਨਾਂ 'ਚ ਲੱਗ ਜਾਂਦੀ ਹੈ ਫ਼ੋਨ ਦੇ ਰਾਹੀਂ, ਅਤੇ ਇਸ ਨੂੰ ਈਅਰਫੋਨ ਕਿਹਾ ਜਾਂਦਾ ਹੈ। ਬਾਕੀ ਅੱਜ ਕੱਲ੍ਹ ਹਰ ਕਿਸੇ ਕੋਲ ਮੋਬਾਈਲ ਫ਼ੋਨ ਵੀ ਹੈ, ਸਮਾਰਟਫੋਨ ਵੀ ਹੈ, ਐਂਡਰੋਇਡ ਫ਼ੋਨ ਵੀ ਹੈ ਅਤੇ ਈਅਰਫੋਨ ਵੀ ਹੈ। ਤਾਂ ਈਅਰਫੋਨ ਕਹਾਣੀ ਵਿੱਚ ਇੱਕ ਬੱਚਾ ਹੈ ਮੀਨਾਕਸ਼ੀ, ਅਤੇ ਮੀਨਾਕਸ਼ੀ ਦੀ ਮੰਮੀ ਹੈ ਨਿਸ਼ਾ। ਇਹ ਕਹਾਣੀ ਬਲਵਿੰਦਰ ਸਿੰਘ ਸੋਢੀ ਜੀ ਦੀ ਲਿਖੀ ਹੋਈ ਹੈ। ਉਹਨਾਂ ਨੇ ਨੌਜਵਾਨ ਪੀੜ੍ਹੀ ਦੇ ਹਰ ਵੇਲੇ ਕੰਨਾਂ ਨੂੰ ਈਅਰਫੋਨ ਲਾਈ ਰੱਖਣ ਦੀ ਆਦਤ ਨੂੰ ਇਸ ਤਰ੍ਹਾਂ ਹੀ ਦੱਸਿਆ ਹੈ ਕਿ ਅੱਜ ਦੇ ਸਮੇਂ ਵਿੱਚ ਨਵੀਂ ਨੌਜਵਾਨ ਪੀੜ੍ਹੀ ਈਅਰਫੋਨ ਕੰਨਾਂ 'ਤੇ ਲਾਈ ਰੱਖਦੀ ਹੈ, ਜੋ ਕਿ ਬਿਮਾਰੀ ਦਾ ਕਾਰਨ ਬਣਦੀ ਹੈ। ਇਸ ਸੰਬੰਧੀ ਕਈ ਬਿਮਾਰੀਆਂ ਵੀ ਲੱਗਦੀਆਂ ਹਨ। ਚੇਤਾਵਨੀਆਂ ਦੀ ਪਰਵਾਹ ਵੀ ਨਹੀਂ ਕਰਦੇ। ਅਗਰ ਮਾਪੇ ਬੱਚਿਆਂ ਨੂੰ ਸਮਝਾਉਂਦੇ ਵੀ ਹਨ ਤਾਂ ਬੱਚੇ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ, ਜਦ ਕਿ ਈਅਰਫੋਨ ਨਾਲ ਜ਼ਿਆਦਾ ਇਸ ਦੀ ਵਰਤੋਂ ਨਾਲ ਸੁਣਨ ਦੀ ਸ਼ਕਤੀ ਵੀ ਖਰਾਬ ਹੁੰਦੀ ਹੈ। ਤਾਂ ਇਹ ਜਿਹੀ ਇੱਕ ਘਟਨਾ ਨਾਲ ਸੰਬੰਧਿਤ ਕਹਾਣੀ ਹੈ ਈਅਰਫੋਨ। ਮੀਨਾਕਸ਼ੀ ਦੀ ਮੰਮੀ ਨਿਸ਼ਾ ਆਮ ਕਰਕੇ ਈਅਰਫੋਨ ਨੂੰ ਲੈ ਕੇ ਉਹ ਰੋਕਦੀ ਰਹਿੰਦੀ ਸੀ ਮੀਨਾਕਸ਼ੀ ਨੂੰ ਕਿ ਇਹ ਸਭ ਠੀਕ ਨਹੀਂ ਹੈ, ਪਰ ਮੀਨਾਕਸ਼ੀ ਪਰਵਾਹ ਨਹੀਂ ਸੀ ਕਰਦੀ। ਉਲਟਾ ਮੀਨਾਕਸ਼ੀ ਕਹਿ ਦਿੰਦੀ ਸੀ ਕਿ ਮੈਂ ਸਵੇਰ ਤੋਂ ਦੁਪਹਿਰ ਤੱਕ ਪੜ੍ਹਦੀ ਹਾਂ ਅਤੇ ਹੁਣ ਥੱਕ ਗਈ ਹਾਂ, ਥੱਕ ਕੇ ਮੈਂ ਗਾਣੇ ਸੁਣਦੀ ਹਾਂ। ਕੋਈ ਘਰ ਵਿੱਚ ਇਹੋ ਜਿਹਾ ਵੀ ਨਹੀਂ ਹੈ ਕਿ ਜਿਸ ਨਾਲ ਉਹ ਕੋਈ ਗੇਮ ਖੇਡ ਸਕੇ। ਅਤੇ ਮੀਨਾਕਸ਼ੀ ਦੀ ਮੰਮੀ ਨੇ ਉਸਨੂੰ ਕਿਹਾ ਕਿ ਟੀਵੀ ਅਖਬਾਰ ਵਿੱਚ ਰੋਜ਼ ਈਅਰਫੋਨਾਂ ਉੱਤੇ ਗਾਣੇ ਸੁਣਨ ਦੇ ਦੁਸ਼ਪ੍ਰਭਾਵ ਦੱਸੇ ਜਾਂਦੇ ਹਨ, ਪਰ ਤੁਸੀਂ ਇਸ ਨੂੰ ਗੌਰ ਨਹੀਂ ਕਰਦੇ, ਕਿਉਂਕਿ ਬੱਚੇ ਇਸ ਨੂੰ ਨਹੀਂ ਮੰਨਦੇ। ਉਸਨੇ ਉਸਨੂੰ ਕਿਹਾ ਕਿ ਉਹ ਉਸ ਨਾਲ ਕੈਰਮ ਬੋਰਡ ਖੇਡਦੀ ਹੈ। ਅਜੇ ਉਹਨਾਂ ਨੂੰ ਕੈਰਮ ਬੋਰਡ ਖੇਡਦੇ 10 ਮਿੰਟ ਹੀ ਹੋਏ ਸਨ ਕਿ ਉਸਦੀ ਮੰਮੀ ਦੀ ਸਹੇਲੀ ਪੂਨਮ ਆ ਗਈ। ਨਿਸ਼ਾ ਉਸਨੂੰ ਡਰਾਇੰਗ ਰੂਮ ਵਿੱਚ ਬਿਠਾ ਕੇ ਆਪੋ ਵਿੱਚ ਗੱਲਾਂ ਕਰਨ ਲੱਗ ਗਈ। ਜਦੋਂ ਨਿਸ਼ਾ ਨੇ ਆਪਣੀ ਧੀ ਨੂੰ ਦੁਬਾਰੇ ਦੱਸਿਆ ਕਿ ਸਾਰਾ ਦਿਨ ਈਅਰਫੋਨ ਲਾ ਕੇ ਗਾਣੇ ਸੁਣਦੀ ਰਹਿੰਦੀ ਹੈ, ਤਾਂ ਅੱਗੋਂ ਪੂਨਮ ਨੇ ਦੱਸਿਆ ਕਿ ਉਸਦੇ ਬੇਟੇ ਨੂੰ ਵੀ ਇਹੀ ਹੋਈ ਬਿਮਾਰੀ ਹੈ। ਜਦੋਂ ਦੋਨੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਤਾਂ ਮੀਨਾਕਸ਼ੀ ਨੇ ਮੁੜ ਈਅਰਫੋਨ ਲਾਉਣ 'ਤੇ ਗਾਣੇ ਸੁਣਨ ਦਾ ਮੌਕਾ ਮਿਲ ਗਿਆ। ਜਿੱਦਾਂ ਆਪਣੇ ਘਰ ਵਿੱਚ ਕੋਈ ਗੈਸਟ ਆ ਜਾਂਦਾ ਹੈ, ਕੋਈ ਰਿਸ਼ਤੇਦਾਰ ਆ ਗਿਆ, ਅਤੇ ਬੱਚਿਆਂ ਨੂੰ ਮੌਕਾ ਮਿਲ ਜਾਂਦਾ ਕਿ ਹੁਣ ਮੈਨੂੰ ਰਿਸ਼ਤੇਦਾਰ ਦੇ ਸਾਹਮਣੇ ਇਹਨਾਂ ਨੂੰ ਟੋਕਣਾ ਨਹੀਂ, ਅਤੇ ਉਹ ਆਪਣੀ ਮਨ ਮਰਜ਼ੀ ਕਰਨ ਲੱਗ ਜਾਂਦੇ ਹਨ। ਇੰਨੇ ਨੂੰ ਉਸਦੇ ਪਾਪਾ ਵੀ ਆ ਕੇ ਬੈਠ ਜਾਂਦੇ ਹਨ, ਅਤੇ ਮੀਨਾਕਸ਼ੀ ਈਅਰਫੋਨ ਲਾ ਕੇ ਗਾਣੇ ਸੁਣ ਰਹੀ ਹੈ। ਉਸਨੂੰ ਕੁਛ ਨਹੀਂ ਪਤਾ। ਇੱਕਦਮ ਅੱਖ ਖੋਲ੍ਹਦੀ ਹੈ, 5 ਮਿੰਟ ਬਾਅਦ ਉਸਨੂੰ ਪਤਾ ਲੱਗਦਾ ਕਿ ਉਸਦੇ ਪਾਪਾ ਉਸਦੇ ਸਾਹਮਣੇ ਬੈਠੇ ਨੇ। ਉਹ ਬਾਅਦ 'ਚ ਪਾਪਾ ਤੋਂ ਮਾफ़ੀ ਵੀ ਮੰਗਦੀ ਹੈ। ਯਾਨੀ ਕਿ ਗਾਣਿਆਂ ਦੇ ਵਿੱਚ ਇੰਨੀ ਜ਼ਿਆਦਾ ਗੁੱਝ ਚੁੱਕੀ ਸੀ ਉਹ ਕਿ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਹਮਣੇ ਕੌਣ ਬੈਠਾ ਹੈ। ਅਤੇ ਉਸਦੇ ਪਾਪਾ ਵੀ ਉਸਨੂੰ ਦੱਸਦੇ ਨੇ ਕਿ ਸੁਣਨ ਦੀ ਸ਼ਕਤੀ ਇਸ ਨਾਲ ਕਮਜ਼ੋਰ ਹੁੰਦੀ ਹੈ, ਪਰ ਮੀਨਾਕਸ਼ੀ ਅੱਗੋਂ ਗੱਲਾਂ ਨਾਲ ਧਿਆਨ ਨਾਲ ਨਾ ਸੁਣਦੀ ਅਤੇ ਟਾਲ ਦਿੰਦੀ ਸੀ। ਅਤੇ ਮੀਨਾਕਸ਼ੀ ਉੱਤੇ ਇੱਕ ਅੱਧਾ ਦਿਨ ਹੀ ਮੰਮੀ ਪਾਪਾ ਦੀ ਨਾਰਾਜ਼ਗੀ ਦਾ ਅਸਰ ਰਹਿੰਦਾ ਸੀ, ਉਸ ਤੋਂ ਬਾਅਦ ਉਹ ਵੀ ਖਤਮ ਹੋ ਜਾਂਦਾ ਸੀ। ਮੀਨਾਕਸ਼ੀ ਜਿਵੇਂ ਕਿ +2 ਦੀ ਛਾਤਰਾ ਸੀ, ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦੀ ਸੀ। ਸਾਲਾਨਾ ਪੇਪਰ ਵੀ ਆ ਗਏ, ਹੁਣ ਅੱਧੀ ਰਾਤ ਤੱਕ ਉਹ ਪੜ੍ਹਦੀ ਵੀ ਅਤੇ ਨਾਲ ਈਅਰਫੋਨ ਲਾ ਕੇ ਗਾਣੇ ਵੀ ਸੁਣਦੀ ਰਹਿੰਦੀ। ਜਦੋਂ ਮੰਮੀ ਪਾਪਾ ਸਾਹਮਣੇ ਆਉਂਦੇ ਤਾਂ ਈਅਰਫੋਨ ਕੰਨਾਂ ਤੋਂ ਹਟਾ ਲੈਂਦੀ, ਜਦੋਂ ਚਲੇ ਜਾਂਦੇ ਤਾਂ ਈਅਰਫੋਨ ਫਿਰ ਲਾ ਲੈਂਦੀ। ਪੇਪਰ ਖਤਮ ਹੋਣ ਮਗਰੋਂ ਉਹ ਭੂਆ ਦੇ ਘਰ ਚਲੀ ਗਈ, ਕਿਉਂਕਿ ਰੋਕ ਟੋਕ ਈਅਰਫੋਨ ਸੁਣਨ ਦਾ ਉੱਥੇ ਉਸ ਨੂੰ ਮੌਕਾ ਮਿਲ ਗਿਆ। ਭੂਆ ਦੀ ਮਾੜੀ ਮੋਟੀ ਟੋਕਾਈ ਦੀ ਉਹ ਪਰਵਾਹ ਨਾ ਕਰਦੀ। 12ਵੀਂ ਦਾ ਨਤੀਜਾ ਆਉਣ ਉੱਤੇ ਮੰਮੀ ਪਾਪਾ ਉਸ ਨੂੰ ਘਰ ਲਿਆਏ। ਜਿਵੇਂ ਕਿ ਉਹ ਪੜ੍ਹਾਈ ਵਿੱਚ ਹਮੇਸ਼ਾ ਫਸਟ ਆਉਂਦੀ ਸੀ, ਇਸ ਵਾਰ ਵੀ ਫਸਟ ਆਈ। ਉਸ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿ ਤੇਰੇ ਫਸਟ ਆਉਣ 'ਤੇ, ਪਹਿਲੇ ਨੰਬਰ ਆਉਣ 'ਤੇ ਤੈਨੂੰ ਤੇਰਾ ਮਨਪਸੰਦ ਗਿਫਟ ਲੈ ਕੇ ਦਿੱਤਾ ਜਾਏਗਾ, ਅਤੇ ਉਸ ਨੂੰ ਉਸਦੀ ਸ਼ਰਤ ਮੁਤਾਬਿਕ ਨਵਾਂ ਫ਼ੋਨ ਲੈ ਕੇ ਦੇ ਦਿੱਤਾ। ਅਤੇ ਲਗਭਗ 20 ਦਿਨਾਂ ਬਾਅਦ ਉਸ ਦਾ ਜਨਮ ਦਿਨ ਵੀ ਆਉਣਾ ਸੀ। ਜਿਵੇਂ ਕਿ ਮੀਨਾਕਸ਼ੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਨਮ ਦਿਨ 'ਤੇ ਆਪਣੀ ਸਹੇਲੀਆਂ ਨੂੰ ਬੁਲਾ ਕੇ ਪਾਰਟੀ ਕਰੇਗੀ ਅਤੇ ਘਰ ਵਿੱਚ
ਸੋਫਾ ਸੈੱਟ ਦੇ ਕਵਰ ਅਤੇ ਹੋਰ ਸਜਾਵਟੀ ਸਮਾਨ ਵੀ ਉਹ ਨਵਾਂ ਲੈ ਆਈ ਸੀ। ਇੱਕ ਦਿਨ ਸਮਾਨ ਖਰੀਦਣ ਲਈ ਬਾਜ਼ਾਰ ਚਲੇ ਗਈ ਮੰਮੀ ਪਾਪਾ ਨਾਲ। ਕਾਰ ਪਾਰਕਿੰਗ ਵਿੱਚ ਲਾ ਕੇ ਬਾਜ਼ਾਰ ਵੱਲ ਚਲੇ ਗਏ। ਮੀਨਾਕਸ਼ੀ ਨੇ ਸੁਭਾਵਿਕ ਹੀ ਫਿਰ ਈਅਰਫੋਨ ਕੰਨ ਨੂੰ ਲਾ ਲਏ। ਮੰਮੀ ਪਾਪਾ ਨੇ ਉਸ ਨੂੰ ਰੋਕਣਾ ਵੀ ਚਾਹਿਆ, ਪਰ ਉਸ ਦਾ ਮੂਡ ਦੇਖ ਕੇ ਫਿਰ ਉਹ ਚੁੱਪ ਕਰ ਗਏ। ਮੰਮੀ ਪਾਪਾ ਸੜਕ ਨੂੰ ਪਾਰ ਕਰ ਗਏ, ਪਰ ਜਿਵੇਂ ਹੀ ਮੀਨਾਕਸ਼ੀ ਸੜਕ ਨੂੰ ਪਾਰ ਕਰਨ ਲੱਗੀ ਤਾਂ ਇੱਕ ਮੋਟਰਸਾਈਕਲ ਉਸ ਦੇ ਵਿੱਚ ਵੱਜਦਾ ਹੈ ਅਤੇ ਉਸ ਦੀ ਲੱਤ ਦੀ ਹੱਡੀ ਟੁੱਟ ਗਈ, ਜਿਸ ਉੱਤੇ ਪਲਸਤਰ ਲੱਗ ਗਿਆ। ਅਤੇ ਮੀਨਾਕਸ਼ੀ ਨੇ ਬੇਝਿਜਕ, ਜਦੋਂ ਉਹਨਾਂ ਦੇ ਰਿਸ਼ਤੇਦਾਰ ਪਤਾ ਲੈਣ ਆਉਣ ਲੱਗੇ, ਆਂਢੀ ਗੁਆਂਢੀ ਆਉਣ ਲੱਗੇ ਕਿ ਹਾਦਸਾ ਕਿਸ ਤਰ੍ਹਾਂ ਹੋਇਆ, ਤਾਂ ਮੀਨਾਕਸ਼ੀ ਨੇ ਬੇਝਿਜਕ ਦੱਸਿਆ ਕਿ ਉਸਨੇ ਈਅਰਫੋਨ ਲਾਏ ਹੋਏ ਸੀ ਕੰਨਾਂ ਨੂੰ, ਗਾਣੇ ਸੁਣਦੇ ਆਪਣੀ ਮਸਤੀ ਵਿੱਚ ਚੱਲ ਰਹੀ ਸੀ, ਸੜਕ ਪਾਰ ਕਰ ਰਹੀ ਸੀ, ਤਾਂ ਉਸ ਦੀ ਗਲਤੀ ਨਾਲ ਹਾਦਸਾ ਹੋਇਆ। ਹੁਣ ਮੀਨਾਕਸ਼ੀ ਖੁਦ ਪਛਤਾ ਰਹੀ ਸੀ ਕਿ ਮੰਮੀ ਪਾਪਾ ਦੀ ਗੱਲ ਨਾ ਮੰਨਣ ਕਰਕੇ ਮੇਰਾ ਇਹ ਨੁਕਸਾਨ ਹੋਇਆ ਹੈ। ਉਸਨੇ ਈਅਰਫੋਨ ਸੁੱਟ ਦਿੱਤੇ ਅਤੇ ਮੰਮੀ ਪਾਪਾ ਤੋਂ ਮਾफ़ੀ ਮੰਗੀ। ਉਸਨੇ ਠੀਕ ਹੋਣ ਦੇ ਵਿੱਚ ਲਗਭਗ 3 ਮਹੀਨੇ ਲੱਗ ਪਏ। ਹੁਣ ਉਸਨੂੰ ਸਮਝ ਲੱਗ ਪਈ ਸੀ ਕਿ ਹੱਦੋਂ ਵੱਧ ਕਿਸੇ ਵੀ ਚੀਜ਼ ਦੀ ਵਰਤੋਂ ਕੀਤੀ ਜਾਵੇ ਤਾਂ ਉਹ ਨੁਕਸਾਨਦਾਇਕ ਹੁੰਦੀ ਹੈ। ਨਿਬੰਧਾਤਮਕ ਪ੍ਰਸ਼ਨ ਹਨ ਇਸ ਦੀ ਕਹਾਣੀ ਦਾ ਸੰਖੇਪ ਸਾਰ ਜੋ ਕਿ ਅਸੀਂ ਪੜ੍ਹਿਆ ਹੈ ਉਹੀ ਵਾਲਾ ਹੈ। ਇਸ ਦਾ ਵਿਸ਼ਾ ਵਸਤੂ ਹੈ ਕਿ ਨੌਜਵਾਨ ਮੁੰਡੇ ਕੁੜੀਆਂ ਦੁਆਰਾ ਹਰ ਵੇਲੇ ਕੰਨਾਂ 'ਤੇ ਈਅਰਫੋਨ ਲਾਈ ਰੱਖਣਾ, ਜੋ ਕਿ ਪੜ੍ਹਾਈ ਵਿੱਚ ਵੀ ਨੁਕਸਾਨ ਕਰਦਾ ਹੈ, ਤਣਾਅ ਦਾ ਕਾਰਨ ਵੀ ਬਣਦਾ ਹੈ ਅਤੇ ਕਈ ਵਾਰੀ ਲਾਪਰਵਾਹੀ ਮੀਨਾਕਸ਼ੀ ਵਾਂਗ ਲੱਤਾਂ ਬਾਹਾਂ ਵੀ ਤੁੜਵਾ ਦਿੰਦੀ ਹੈ। ਇਸ ਪ੍ਰਕਾਰ ਕਹਾਣੀਕਾਰ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਲੱਗੀ ਈਅਰਫੋਨ ਦੀ ਲੱਤ ਨੂੰ ਛੱਡ ਦੇਣਾ ਚਾਹੀਦਾ ਹੈ। ਪ੍ਰਸ਼ਨ 3 ਹੈ, ਈਅਰਫੋਨ ਕਹਾਣੀ ਦਾ ਉਦੇਸ਼। ਇਸ ਦਾ ਉਦੇਸ਼ ਹੈ ਕਿ ਕੋਈ ਵੀ ਚੀਜ਼ ਅਗਰ ਅਸੀਂ ਲੋੜ ਤੋਂ ਵੱਧ ਵਰਤੋਂ ਵਿੱਚ ਲਿਆਉਂਦੇ ਹਾਂ ਤਾਂ ਉਸ ਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ। ਮਸਤੀ ਵਿੱਚ ਵਿਚਰਨ ਪੈਦਾ ਕਰਨ ਲਈ ਸਾਡੇ ਸਾਹਮਣੇ ਸਪਸ਼ਟ ਕਰਨਾ ਹੈ। ਕਹਾਣੀਕਾਰ ਜਿੱਥੇ ਸਾਨੂੰ ਇਸ ਤੱਥ ਨਾਲ ਖਬਰਦਾਰ ਕਰਦਾ ਹੈ ਕਿ ਈਅਰਫੋਨ ਦੀ ਵਰਤੋਂ ਨਾਲ ਸੁਣਨ ਦੀ ਸ਼ਕਤੀ ਤਾਂ ਜਾਂਦੀ ਹੈ, ਇਸ ਵਿੱਚ ਘਰ ਵਿੱਚ ਵੀ ਤਣਾਅ ਪੈਦਾ ਹੁੰਦਾ ਅਤੇ ਮੀਨਾਕਸ਼ੀ ਵਾਂਗੋਂ ਦੁਰਘਟਨਾ ਦਾ ਸ਼ਿਕਾਰ ਵੀ ਸਾਨੂੰ ਹੋਣਾ ਪੈ ਸਕਦਾ ਹੈ। ਪ੍ਰਸ਼ਨ 4 ਹੈ ਕਿ ਈਅਰਫੋਨ ਕਹਾਣੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ। ਬਿਲਕੁਲ ਢੁਕਵਾਂ ਹੈ ਜੀ, ਕਿਉਂਕਿ ਇਸ ਵਿੱਚ ਈਅਰਫੋਨ ਬਾਰੇ ਦੱਸਿਆ ਗਿਆ ਅਤੇ ਸਾਰੀ ਕਹਾਣੀ ਈਅਰਫੋਨ ਦੇ ਹੀ ਇਰਦ ਗੁਰਦ ਘੁੰਮ ਰਹੀ ਹੈ ਕਿ ਕਿਸ ਤਰ੍ਹਾਂ ਸਾਲਾਨਾ ਇਮਤਿਹਾਨ ਆਉਣ 'ਤੇ ਵੀ ਮੀਨਾਕਸ਼ੀ ਪੜ੍ਹ ਤਾਂ ਰਹੀ ਹੈ, ਬਹੁਤ ਅੱਛਾ ਪੜ੍ਹਦੀ ਹੈ ਅਤੇ ਫਸਟ ਵੀ ਆਉਂਦੀ ਹੈ, ਪਰ ਈਅਰਫੋਨ ਵਾਲੀ ਲੱਤ ਉਸ ਤੋਂ ਛੱਡੀ ਨਹੀਂ ਜਾ ਰਹੀ ਅਤੇ ਪੇਪਰਾਂ ਤੋਂ ਬਾਅਦ ਜਦੋਂ ਆਪਣੇ ਭੂਆ ਘਰ ਜਾਂਦੀ ਹੈ ਤਾਂ ਉੱਥੇ ਵੀ ਉਹ ਈਅਰਫੋਨ ਦੀ ਲੱਤ ਨੂੰ ਨਹੀਂ ਛੱਡਦੀ। ਈਅਰਫੋਨ ਸੰਬੰਧੀ ਗੱਲਾਂ ਨੂੰ ਪੇਸ਼ ਕਰਨ ਵਾਲੇ ਵਿਸ਼ੇ ਦੇ ਆਧਾਰ 'ਤੇ ਹੀ ਰੱਖਿਆ ਗਿਆ ਇਹ ਸਿਰਲੇਖ ਬਿਲਕੁਲ ਢੁਕਵਾਂ ਹੈ, ਜੋ ਕਿ ਨੌਜਵਾਨ ਪੀੜ੍ਹੀਆਂ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਲਾਪਰਵਾਹੀ ਹਾਨੀਕਾਰਕ ਹੁੰਦੀ ਹੈ। ਮੀਨਾਕਸ਼ੀ ਦਾ ਚਿੱਤਰਨ, ਇਹ ਉਸ ਦਾ ਮੁੱਖ ਪਾਤਰ ਹੈ। 12ਵੀਂ ਵਿੱਚ ਪੜ੍ਹਦੀ ਹੈ, ਮੰਮੀ ਪਾਪਾ ਨਾਲ ਰਹਿੰਦੀ ਹੈ। ਉਸ ਦੀ ਮੰਮੀ ਦਾ ਨਾਮ ਨਿਸ਼ਾ ਹੈ, ਹੁਸ਼ਿਆਰ ਕੁੜੀ ਹੈ, ਪੜ੍ਹਾਈ ਵਿੱਚ ਬਹੁਤ ਇੰਟੈਲੀਜੈਂਟ ਹੈ। ਘਰ ਦੇ ਉਸ ਨੂੰ ਈਅਰਫੋਨ ਦੀ ਨੁਕਸਾਨ ਦੱਸਦੇ ਹਨ, ਪਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਆਖਿਰ ਵਿੱਚ ਸੜਕ ਪਾਰ ਕਰਦੀ ਹੈ, ਦੁਰਘਟਨਾ ਦਾ ਸ਼ਿਕਾਰ ਹੁੰਦੀ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਮੰਮੀ ਪਾਪਾ ਬਿਲਕੁਲ ਸਹੀ ਕਹਿ ਰਹੇ ਸੀ ਅਤੇ ਲਾਸਟ ਵਿੱਚ ਆ ਕੇ ਉਹ ਉਸ ਨੂੰ ਪਛਤਾਵਾ ਵੀ ਹੁੰਦਾ ਹੈ ਅਤੇ ਮਾਪਿਆਂ ਤੋਂ ਮਾफ़ੀ ਵੀ ਮੰਗਦੀ ਹੈ। ਮੀਨਾਕਸ਼ੀ ਆਪਣਾ ਜਨਮ ਦਿਨ ਕਿਸ ਤਰ੍ਹਾਂ ਮਨਾਉਣਾ ਚਾਹੁੰਦੀ ਸੀ। ਮੀਨਾਕਸ਼ੀ ਦੇ ਜਨਮ ਦਿਨ ਵਿੱਚ ਲਗਭਗ 20 ਦਿਨ ਬਾਕੀ ਸੀ। ਉਸ ਦੇ ਮੰਮੀ ਪਾਪਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਉਸਨੇ ਕਿ ਐਤਕੀ ਵਾਰ ਉਹ ਆਪਣੇ ਜਨਮ ਦਿਨ ਸਾਰੀ ਸਹੇਲੀਆਂ ਨੂੰ ਬੁਲਾ ਕੇ ਪਾਰਟੀ ਕਰੇਗੀ। ਆਖਿਰ ਇਸੇ ਤਿਆਰੀ ਵਿੱਚ ਹੀ ਉਹ ਈਅਰਫੋਨ ਲਾ ਕੇ ਸੜਕ ਪਾਰ ਕਰਦੀ ਅਤੇ ਦੁਰਘਟਨਾ ਦਾ ਸ਼ਿਕਾਰ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਆਪਣੀ ਗਲਤੀ ਨਾਲ ਲੱਤ ਵੀ ਤੁੜਾ ਬੈਠਦੀ ਹੈ। ਮੀਨਾਕਸ਼ੀ ਨੇ ਮੰਮੀ ਪਾਪਾ ਤੋਂ ਮਾफ़ੀ ਕਿਉਂ ਮੰਗੀ, ਕਿਉਂਕਿ ਸੜਕ ਜਦੋਂ ਪਾਰ ਕਰ ਰਹੀ ਸੀ ਉਸਦੇ ਕੰਨਾਂ ਨੂੰ ਈਅਰਫੋਨ ਲੱਗੇ ਹੋਏ ਸੀ ਔਰ ਮੰਮੀ ਪਾਪਾ ਉਸ ਨੂੰ ਬਾਰ-ਬਾਰ ਹੀ ਕਹਿੰਦੇ ਸੀ ਕਿ ਈਅਰਫੋਨ ਦੀ ਵਰਤੋਂ ਹਰ ਵਕਤ ਨਹੀਂ ਕਰਨੀ ਚਾਹੀਦੀ, ਕਿਸੇ ਖਾਸ ਸਮੇਂ 'ਤੇ ਹੀ ਕਰਨੀ ਚਾਹੀਦੀ ਹੈ। ਵੱਧ ਵਰਤੋਂ ਇਸ ਦਾ ਨੁਕਸਾਨ ਹੁੰਦਾ ਅਤੇ ਉਹੀ ਨੁਕਸਾਨ ਮੀਨਾਕਸ਼ੀ ਨੂੰ ਭੁਗਤਣਾ ਵੀ ਪੈਂਦਾ ਹੈ। ਪ੍ਰਸ਼ਨ 8 ਹੈ ਅੰਤਮ। ਕਹਾਣੀ ਵਿੱਚ ਮੀਨਾਕਸ਼ੀ ਨਾਲ ਹਾਦਸਾ ਵਾਪਰਨ ਦਾ ਕਾਰਨ ਕੀ ਸੀ। ਇਸ ਦਾ ਕਾਰਨ ਸੀ ਈਅਰਫੋਨ, ਕਿਉਂਕਿ ਈਅਰਫੋਨ ਲੱਗੇ ਹੋਣ ਕਰਕੇ ਉਸ ਨੂੰ ਹੋਰਨ ਦੀ ਆਵਾਜ਼ ਨਹੀਂ ਸੁਣਾਈ ਦਿੱਤੀ, ਮੋਟਰਸਾਈਕਲ ਦੀ ਆਵਾਜ਼ ਨਹੀਂ ਸੁਣਾਈ ਦਿੱਤੀ, ਉੱਥੋਂ ਜੋ ਵੀ ਸਾਧਨ ਟੱਪ ਰਹੇ ਸੀ ਕਿਸੇ ਦੀ ਆਵਾਜ਼ ਨਹੀਂ ਸੁਣਾਈ ਦਿੱਤੀ, ਤਾਂ ਆਖਰ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ, ਮੁੱਦੇ ਮੂੰਹ ਡਿੱਗ ਪਈ ਅਤੇ ਸੱਜੀ ਲੱਤ ਲਹੂ ਲੁਹਾਨ ਹੋ ਗਈ ਅਤੇ ਲਗਭਗ 3 ਮਹੀਨੇ ਉਸ ਨੂੰ ਘਰ ਵੀ ਬੈਠਣਾ ਪਿਆ। ਤਾਂ ਕਾਫੀ ਭੀੜ ਇਕੱਠੀ ਹੋ ਗਈ, ਉਹ ਚੀਕਾਂ ਮਾਰ ਰਹੀ ਸੀ ਤਾਂ ਪਤਾ ਲੱਗਦਾ ਹੈ ਕਿ ਲੱਤ ਟੁੱਟੀ ਹੋਈ ਹੈ। ਬਾਅਦ 'ਚ ਉਸ ਉੱਪਰ ਪਲਸਤਰ ਲੱਗਦਾ ਹੈ। ਇਸ ਦੇ ਕੁਝ ਛੋਟੇ ਪ੍ਰਸ਼ਨ ਵੀ ਹਨ। ਈਅਰਫੋਨ ਕਹਾਣੀ ਬਲਵਿੰਦਰ ਸਿੰਘ ਸੋਢੀ ਦੀ ਲਿਖੀ ਹੋਈ ਹੈ। ਮੰਮੀ ਪਾਪਾ ਮੀਨਾਕਸ਼ੀ ਨੂੰ ਕਿਸ ਗੱਲ ਤੋਂ ਰੋਕਦੇ ਹਨ।
ਈਅਰਫੋਨ ਦੀ ਵਰਤੋਂ ਤੋਂ। ਮੀਨਾਕਸ਼ੀ ਈਅਰਫੋਨ ਦੀ ਵਰਤੋਂ ਕਰਕੇ ਫੇਲ ਹੋਈ ਸੀ? ਨਹੀਂ, ਉਹ ਫੇਲ ਨਹੀਂ ਸੀ, ਸਗੋਂ ਫਸਟ ਹੀ ਆਉਂਦੀ ਸੀ। ਮੀਨਾਕਸ਼ੀ ਦੀ ਮਾਂ ਉਸ ਨੂੰ ਕੈਰਮ ਬੋਰਡ ਖੇਡਣ ਲਈ ਕਹਿੰਦੀ ਹੈ। ਪ੍ਰਸ਼ਨ 6, 12ਵੀਂ ਦਾ ਨਤੀਜਾ ਆਉਣ 'ਤੇ ਮੀਨਾਕਸ਼ੀ ਦੇ ਮੰਮੀ ਪਾਪਾ ਉਸ ਨੂੰ ਕਿੱਥੋਂ ਲੈ ਕੇ ਆਏ? ਭੂਆ ਦੇ ਘਰ ਤੋਂ। ਪ੍ਰਸ਼ਨ 7, ਪਾਸ ਹੋਣ 'ਤੇ ਮੀਨਾਕਸ਼ੀ ਨੇ ਮੰਮੀ ਪਾਪਾ ਤੋਂ ਕਿਸ ਚੀਜ਼ ਦੀ ਮੰਗ ਕੀਤੀ ਸੀ? ਮੋਬਾਈਲ ਫੋਨ ਦੀ, ਅਤੇ ਉਸ ਨੂੰ ਮਿਲ ਵੀ ਜਾਂਦਾ ਹੈ। ਈਅਰਫੋਨ ਕਹਾਣੀ ਦਾ ਮੁੱਖ ਪਾਤਰ ਮੀਨਾਕਸ਼ੀ ਹੈ ਅਤੇ ਬਾਕੀ ਪਾਤਰ ਉਸ ਦੀ ਮੰਮੀ ਹੈ ਨਿਸ਼ਾ, ਮੰਮੀ ਪਾਪਾ ਹੈ, ਉਸ ਦੀ ਇੱਕ ਸਹੇਲੀ ਹੈ ਮੰਮੀ ਦੀ ਪੂਨਮ, ਭੂਆ ਅਤੇ ਲੋਕਾਂ ਦੀ ਭੀੜ, ਕਈ ਹੋਰ ਪਾਤਰ ਵੀ ਹਨ। ਅੰਤਮ ਪ੍ਰਸ਼ਨ ਹੈ ਪ੍ਰਸ਼ਨ 9, ਈਅਰਫੋਨ ਦੇ 2 ਫਾਇਦੇ ਅਤੇ ਨੁਕਸਾਨ। ਈਅਰਫੋਨ ਦੇ ਫਾਇਦੇ ਹਨ ਕਿ ਇੱਕ ਤਾਂ ਇਸ ਰਾਹੀਂ ਕੰਨਾਂ ਵਿੱਚ ਘੁਲ ਰਿਹਾ ਹਲਕਾ ਸੰਗੀਤ ਤਨ ਮਨ ਨੂੰ ਤਾਜ਼ਗੀ ਦਿੰਦਾ ਹੈ, ਸ਼ਕਤੀ ਪ੍ਰਦਾਨ ਕਰਦਾ ਹੈ। ਦੂਜੇ, ਇਸ ਰਾਹੀਂ ਕਿਸੇ ਦਫ਼ਤਰੀ ਕੰਮ ਦੇ ਵੀਡੀਓ ਕਾਨਫਰੰਸ ਸਮੇਂ ਇਹ ਧਿਆਨ ਨਾ ਭਟਕਣ ਲਈ ਵੀ ਬਹੁਤ ਅੱਛਾ ਹੈ। ਅਸੀਂ ਬਿਲਕੁਲ ਇੱਕ ਚਿੱਤ ਹੋ ਕੇ ਸੁਣ ਸਕਦੇ ਹਾਂ। ਕੋਈ ਮੀਟਿੰਗ ਹੈ, ਕੋਈ ਵੀਡੀਓ ਹੈ, ਕੋਈ ਦਫ਼ਤਰੀ ਕੰਮ ਹੈ। ਪਰ ਇਸ ਦੇ ਨੁਕਸਾਨ ਹਨ ਕਿ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਸੁਣਨ ਸ਼ਕਤੀ ਦਾ ਨੁਕਸਾਨ ਹੁੰਦਾ ਹੈ। ਆਲੇ ਦੁਆਲੇ ਵੱਲੋਂ ਅਸੀਂ ਬੇਧਿਆਨ ਹੋ ਜਾਂਦੇ ਹਾਂ। ਘਰ ਵਿੱਚ ਤਣਾਅ ਪੈਦਾ ਹੁੰਦਾ ਹੈ। ਤਣਾਅ ਕਿਉਂ ਪੈਦਾ ਹੁੰਦਾ ਹੈ? ਅਸੀਂ ਈਅਰਫੋਨ ਲਾ ਕੇ ਗਾਣੇ ਸੁਣ ਰਹੇ ਹਾਂ ਜਾਂ ਕੁਛ ਵੀ ਕਰ ਰਹੇ ਹਾਂ, ਮੰਮੀ ਪਾਪਾ ਸਾਨੂੰ ਆਵਾਜ਼ ਮਾਰ ਰਹੇ ਹਨ, ਅਸੀਂ ਉਹਨਾਂ ਦੀ ਗੱਲ ਸੁਣਦੇ ਨਹੀਂ, ਤਾਂ ਫਿਰ ਉਸ ਤੋਂ ਬਾਅਦ ਸਾਨੂੰ ਡਾਂਟ ਪੈਂਦੀ ਹੈ। ਉਹ ਡਾਂਟ ਪੈਣ ਤੋਂ ਬਾਅਦ ਬੱਚਾ ਐਕਸਕਿਊਜ਼ ਇਹ ਦਿੰਦਾ ਹੈ ਕਿ ਮੈਂ ਹੁਣ 10 ਮਿੰਟ ਹੀ ਤਾਂ ਲਾਇਆ ਸੀ, ਸਾਰਾ ਦਿਨ ਤਾਂ ਪੜ੍ਹ ਰਿਹਾ ਸੀ। ਪਰ ਬੱਚਾ ਆਪਦੀ ਗਲਤੀ ਨਹੀਂ ਮੰਨਦਾ। ਇਸ ਕਰਕੇ ਉਹ ਬਹਿਸ ਹੁੰਦੀ ਹੈ, ਬਹਿਸ ਕਰਕੇ ਤਣਾਅ ਪੈਦਾ ਹੁੰਦਾ ਘਰ ਵਿੱਚ। ਤਾਂ ਅੰਤ ਵਿੱਚ ਕਹਾਣੀ ਵਿੱਚ ਦੱਸਿਆ ਗਿਆ ਹੈ, ਈਅਰਫੋਨ ਦੀ ਵਰਤੋਂ ਕੇਵਲ ਜ਼ਰੂਰੀ ਸਮੇਂ 'ਤੇ ਹੀ ਕਰਨੀ ਚਾਹੀਦੀ ਹੈ। ਅਸੀਂ ਕਾਰ ਚਲਾ ਰਹੇ ਹਾਂ, ਕੋਈ ਡਰਾਈਵਿੰਗ ਕਰ ਰਹੇ ਹਾਂ, ਬਾਜ਼ਾਰ ਜਾ ਰਹੇ ਹਾਂ, ਸੜਕ ਪਾਰ ਕਰ ਰਹੇ ਹਾਂ, ਐਸੇ ਸਮੇਂ 'ਤੇ ਭੁੱਲ ਕੇ ਵੀ ਕਦੇ ਵੀ ਈਅਰਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੁਸੀਂ ਘਰ ਵਿੱਚ ਬੈਠੇ ਹੋ, ਸੰਗੀਤ ਦਾ ਆਨੰਦ ਲੈਣਾ ਚਾਹੁੰਦੇ ਹੋ, ਆਪਦੇ ਦਿਮਾਗ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ, ਦਿਮਾਗ ਵਿੱਚ ਤਾਜ਼ਗੀ ਲੈ ਕੇ ਆਉਣਾ ਚਾਹੁੰਦੇ ਹੋ, ਉਸ ਸਮੇਂ ਲਈ ਅਸੀਂ ਈਅਰਫੋਨ ਦੀ ਵਰਤੋਂ ਕਰ ਸਕਦੇ ਹਾਂ, ਜੋ ਕਿ ਅੱਛਾ ਵੀ ਹੁੰਦਾ ਹੈ। ਕੋਈ ਵੀਡੀਓ ਕਾਨਫਰੰਸ ਚੱਲ ਰਹੀ ਹੈ, ਮੀਟਿੰਗ ਚੱਲ ਰਹੀ ਹੈ, ਜ਼ੂਮ ਮੀਟਿੰਗ ਜਿੱਦਾਂ ਬੱਚੇ ਅੱਜ ਕੱਲ੍ਹ ਲੈ ਰਹੇ ਹਨ, ਉਸ ਟਾਈਮ ਅਗਰ ਅਸੀਂ ਈਅਰਫੋਨ ਦੀ ਵਰਤੋਂ ਕਰਦੇ ਹਾਂ ਤਾਂ ਬੱਚੇ ਦਾ ਧਿਆਨ ਇਕਾਗਰ ਵੀ ਹੁੰਦਾ ਹੈ। ਇਸ ਦੇ ਨੁਕਸਾਨ ਦੇ ਨਾਲ ਨਾਲ ਫਾਇਦੇ ਵੀ ਹਨ। ਧੰਨਵਾਦ।